Morning to my all viewers. Today I am a continuous with my second part of this session related to the form of the organization. This is chapter based upon to the business studies for a class 11th. Today I will start from this session. Before starting this session, I will told my students, please subscribe my channel Just Do It and Bright Future. Press bell icon for the more updation regarding my new videos. And which students have been starting from to the this session, so I will request that we please watch this first session related to this video, so that's why you will be clarify there all the concept related to the business studies. I will give their link in the description box. Now I will start from this session. ਅੱਜ ਦਾ ਸੈਸ਼ਨ ਦਾ ਜਿਹੜਾ ਪਹਿਲਾ ਟੌਪਿਕ ਆ ਉਹ ਹੈ ਪਾਰਟਨਰਸ਼ਿਪ ਕੀ ਹੁੰਦੀ ਹੈ। ਜੇਕਰ ਅਸੀਂ ਪਾਰਟਨਰਸ਼ਿਪ ਦੀ ਗੱਲ ਕਰੀਏ ਵੀ ਪਾਰਟਨਰਸ਼ਿਪ ਹੁੰਦੀ ਕੀ ਆ ਜਾਂ ਅਸੀਂ ਕਿਉਂ ਬਣਾਈ ਜਾਂਦੀ ਹੈ, ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ, ਤਾਂ ਉਸ ਦੇ ਬਾਰੇ ਡਿਸਕਸ ਕਰਦੇ ਹਾਂ ਵੀ ਪਾਰਟਨਰਸ਼ਿਪ ਕੀ ਹੁੰਦੀ ਆ। 2 or more persons ਜਿਹੜੇ ਇੰਡੀਵਿਜੂਅਲ ਹੁੰਦੇ ਆ who agrees to the precures business activity for the common objective ਵੀ ਜਿਹੜਾ ਪਾਰਟਨਰਸ਼ਿਪ ਹੁੰਦੀ ਆ 2 ਜਾਂ 2 ਤੋਂ ਵੱਧ ਬੰਦੇ ਜਿਹੜੇ ਕਿ ਇੱਕ ਬਿਜ਼ਨਸ ਨੂੰ ਐਕਟੀਵਿਟੀ ਨੂੰ ਰਨ ਕਰਨ ਦੇ ਲਈ ਜਾਂ ਉਹਨਾਂ ਦਾ ਕਾਮਨ ਉਦੇਸ਼ ਹੁੰਦਾ ਉਹਨੂੰ ਰਨ ਕਰਨ ਦੇ ਲਈ ਉਹ ਤਿਆਰ ਰਹਿੰਦੇ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਾਰਟਨਰਸ਼ਿਪ ਕਹਿ ਦਿੰਦੇ ਹਾਂ। ਇਹਦੇ ਵਿੱਚ ਉਹ ਕੀ ਹੁੰਦਾ ਵਾ, ਉਹ ਪੈਸੇ ਬਿਜ਼ਨਸ ਦੇ ਵਿੱਚ ਲਗਾਉਂਦੇ ਆ ਅਤੇ ਉਹਨਾਂ ਦੇ ਕੋਲ ਇੱਕ ਤਰ੍ਹਾਂ ਦੀ ਸਕਿੱਲ ਹੁੰਦੀ ਆ ਅਤੇ ਉਹ ਦੋਹੀ ਜਣੇ ਐਗਰੀ ਹੁੰਦੇ ਆ ਵੀ ਅਸੀਂ ਕੀ ਆ ਬਿਜ਼ਨਸ ਦਾ ਜਿਹੜਾ ਰਿਸਕ ਹੋਏਗਾ ਦੋਹੀ ਇੱਕ ਦੂਜੇ ਵਿੱਚ ਬਣ ਲਾਂਗੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਾਰਟਨਰਸ਼ਿਪ ਕਹਿ ਦਿੰਦੇ ਹਾਂ। ਪਾਰਟਨਰਸ਼ਿਪ ਹੋਣ ਦੇ ਲਈ 2 persons ਨੈਸੈਸਰੀ ਨੇ, 2 ਜਾਂ 2 ਤੋਂ ਵੱਧ। 2 ਬਹੁਤ ਜ਼ਿਆਦਾ ਜ਼ਰੂਰੀ ਨੇ, 2 ਤੋਂ ਵੱਧ ਜਿੰਨੇ ਮਰਜ਼ੀ ਹੋ ਸਕਦੇ ਹੋ, ਡਿਪੈਂਡ ਕਰਦਾ ਵਾ ਕਿੱਦਾਂ ਦੀ ਔਰਗਨਾਈਜੇਸ਼ਨ ਆ ਅਤੇ ਕਿੱਦਾਂ ਦੀ ਉਹਨਾਂ ਦੀ ਅੰਡਰਸਟੈਂਡਿੰਗ ਆ, ਇਹ ਡਿਪੈਂਡ ਕਰਦਾ ਉਹਨਾਂ ਦੇ ਪਾਰਟੀਜ਼ ਦੇ ਉੱਤੇ। ਅਤੇ ਇਹਨਾਂ ਦੇ ਵਿੱਚ ਵੀ ਜਿਹੜਾ ਪਾਰਟਨਰਸ਼ਿਪ ਹੁੰਦੀ ਆ ਇਹ ਅੱਜ ਕੱਲ੍ਹ ਮੋਸਟ ਇੰਪੋਰਟੈਂਟ ਆ, ਕਿਉਂਕਿ ਅੱਜ ਕੱਲ੍ਹ ਕੀ ਆ ਜ਼ਿਆਦਾਤਰ ਪਾਰਟਨਰਸ਼ਿਪ ਦੇ ਉੱਤੇ ਹੀ ਬਿਜ਼ਨਸ ਚੱਲ ਰਹੇ ਨੇ, ਤਾਂ ਇਹ ਇੱਕ ਇੰਪੋਰਟੈਂਟ ਅਤੇ ਪਲੱਸ ਸਾਨੂੰ ਇਹਦੇ ਬਾਰੇ ਦੱਸੇਗੀ, ਨੌਲੇਜ ਦੇਵੇਗੀ ਵੀ ਕਿਸ ਤਰੀਕੇ ਨਾਲ ਪਾਰਟਨਰਸ਼ਿਪ ਰਨ ਕੀਤੀ ਜਾਂਦੀ ਹੈ। ਨੈਕਸਟ ਪਾਰਟ ਹੈ ਵੀ ਇੰਡੀਅਨ ਪਾਰਟਨਰਸ਼ਿਪ ਐਕਟ 1932 ਐਂਡ ਲਿਮਿਟਡ ਪਾਰਟਨਰਸ਼ਿਪ ਐਕਟ ਲਿਮਿਟਡ ਲਾਇਬਿਲਿਟੀ ਐਕਟ 2008 ਡੈਫੀਨੇਸ਼ਨਸ। ਹੁਣ ਅਸੀਂ ਪਹਿਲਾਂ ਤਾਂ ਗੱਲ ਕਰਾਂਗੇ ਵੀ ਪਾਰਟਨਰਸ਼ਿਪ ਦੇ ਵਿੱਚ ਜਿਹੜੇ 2 ਐਕਟ ਚੱਲਦੇ ਨੇ, ਇਹ ਤੁਸੀਂ ਯਾਦ ਰੱਖਣਾ। ਪਾਰਟਨਰਸ਼ਿਪ ਦੇ ਵਿੱਚ ਜਿਹੜੇ 2 ਐਕਟਸ ਨੇ ਉਹ ਕਿਹੜੇ ਨੇ, ਪਹਿਲਾ ਹੈਗਾ ਵਾ ਪਾਰਟਨਰਸ਼ਿਪ ਐਕਟ 1932 ਐਂਡ ਪਾਰਟਨਰਸ਼ਿਪ ਐਕਟ ਲਿਮਿਟਡ ਲਾਇਬਿਲਿਟੀ ਐਕਟ 2008। ਇਹ ਜਿਹੜੇ 2 ਐਕਟਸ ਨੇ ਇਹ ਵਰਕ ਕਰਦੇ ਆ। ਇਹ ਤੁਹਾਨੂੰ +2 ਜਿਹੜੀ ਕਮਰਸ ਦੇ ਵਿੱਚ ਆ ਉਹਦੇ ਵਿੱਚ ਜਿਹੜਾ ਅਕਾਊਂਟੈਂਸੀ ਦੇ ਚੈਪਟਰ ਨੇ ਉਹ ਪੂਰੀ ਬੁੱਕ ਇੱਕ ਜਿਹੜੀ ਆ ਅਕਾਊਂਟੈਂਸੀ ਦੀ ਉਹ ਪੂਰੀ ਬੇਸਡ ਹੈਗੀ ਆ ਪਾਰਟਨਰਸ਼ਿਪ ਦੇ ਉੱਤੇ, ਤਾਂ ਕਰਕੇ ਮੈਂ ਇਹਦੇ ਵਿੱਚ ਵੀ ਤੁਹਾਨੂੰ ਕਲੀਅਰੀਫਾਈ ਕਰਨਾ ਚਾਹੁੰਦਾ ਵਾਂ। ਇਹਦਾ ਡੈਫੀਨੇਸ਼ਨ ਤੋਂ ਕਲੀਅਰ ਕਰਦੇ ਆ ਦੀ ਰਿਲੇਸ਼ਨਸ਼ਿਪ ਬਿਟਵੀਨ ਦੀ ਪਰਸਨਸ ਹੂ ਹੈਜ਼ ਐਗਰੀਡ ਟੂ ਸ਼ੇਅਰ ਦੇਅਰ profits carry on by all or any one them of to the acting for all। ਕਹਿੰਦੇ ਪਾਰਟਨਰਸ਼ਿਪ ਕੀ ਆ, ਪਾਰਟਨਰਸ਼ਿਪ ਡੀਡ ਦੇ ਵਿੱਚ ਕੀ ਆ, ਇਹਦੇ ਵਿੱਚ ਇੱਕ ਪਰਸਨ ਨੇ ਜਿਹੜੇ ਕਿ ਉਹ ਐਗਰੀ ਹੋ ਜਾਂਦੇ ਅਸੀਂ ਪ੍ਰੋਫਿਟ ਸ਼ੇਅਰ ਕਰਾਂਗੇ ਅਤੇ ਅਸੀਂ ਆਪਣਾ ਬਿਜ਼ਨਸ ਉਹ ਇਕੱਲਾ ਜਾਂ ਉਹ ਸਾਰੇ ਜਣੇ ਮਿਲ ਕੇ ਇੱਕ ਬਿਜ਼ਨਸ ਰਨ ਕਰਨਗੇ, ਤਾਂ ਉਹਨੂੰ ਅਸੀਂ ਪਾਰਟਨਰਸ਼ਿਪ ਐਕਟ 1932 ਦੇ ਅੰਡਰ ਲੈ ਆਉਂਦੇ ਹਾਂ। ਇੱਕ ਹੁੰਦੀ ਆ ਲਿਮਿਟਡ ਲਾਇਬਿਲਿਟੀ ਐਕਟ 2008। ਹੁਣ ਇਹਦੇ ਜਿਹੜਾ ਐਕਟ ਸੀਗਾ ਇਹਦੇ ਵਿੱਚ ਇੱਕ ਪ੍ਰੋਬਲਮ ਸੀਗੀ ਅਨਲਿਮਿਟਡ ਲਾਇਬਿਲਿਟੀ ਦੀ, ਵੀ ਜਿਹੜਾ ਇੱਕ ਪਰਸਨ ਆ ਜਦੋਂ ਉਹ ਪਾਰਟਨਰਸ਼ਿਪ ਦੇ ਵਿੱਚ ਆ ਜਾਂਦਾ ਵਾ ਤਾਂ ਉਹਦੀ ਜਿਹੜੀ ਦੇਣਦਾਰੀ ਆ ਉਹ ਵੱਧ ਜਾਂਦੀ ਆ। ਉਹ ਇੱਦਾਂ ਦਾ ਨਹੀਂ ਹੈਗਾ ਵੀ ਜੇਕਰ ਉਹਨੇ ਸਿਰਫ ਬਿਜ਼ਨਸ ਦੇ ਹੀ ਪੈਸੇ ਦੇਣੇ ਆ, ਵੀ ਜੇਕਰ ਬਾਹਰਲੇ ਪੈਸੇ ਉਹਨਾਂ ਤੋਂ ਲੈਣ ਆ ਗਿਆ ਤਾਂ ਜੇਕਰ ਉਹ ਪਰਸਨ ਕੋਲ ਉਹਨਾਂ ਨੇ ਬਿਜ਼ਨਸ ਸੇਲ ਆਊਟ ਕਰਤਾ ਅਤੇ ਬਿਜ਼ਨਸ ਦੇ ਵਿੱਚੋਂ ਜਿਹੜੀਆਂ ਪੂਰੀਆਂ ਐਸੈਟਸ ਸੀ ਸੇਲ ਆਊਟ ਕਰਨ ਤੋਂ ਬਾਅਦ ਵੀ ਉਹਦੇ ਪੈਸੇ ਨਹੀਂ ਪੇ ਹੁੰਦੇ, ਤਾਂ ਉਹ ਜਿਹੜੀ ਉਹਦੇ ਕੋਲ ਪਰਸਨਲ ਉਹਦੀਆਂ ਆਪਣੀਆਂ ਐਸੈਟਸ ਹੋਣਗੀਆਂ ਉਹਨੂੰ ਵੀ ਸੇਲ ਆਊਟ ਕਰਕੇ, ਜਾਣੀ ਕਿ ਘਰ ਹੋਇਆ ਉਹਦਾ ਆਪਣਾ ਪਰਸਨਲ, ਤਾਂ ਉਹਨੂੰ ਵੀ ਸੇਲ ਆਊਟ ਕਰਕੇ ਉਹ ਬੰਦਿਆਂ ਦੇ ਪੈਸੇ ਦੇਣੇ ਹੀ ਪੈਣਗੇ। ਤਾਂ ਇਹ ਸੀਗਾ ਪਾਰਟਨਰਸ਼ਿਪ ਐਕਟ 1932। ਅਤੇ ਹੁਣ ਫਿਰ ਉਹਨਾਂ ਨੇ ਇੱਕ ਨਵਾਂ ਐਕਟ ਇੰਟਰੋਡਿਊਸ ਕੀਤਾ ਤਾਂ ਜੋ ਕੀ ਹੈ ਇਹ ਪਾਰਟਨਰਸ਼ਿਪ ਐਕਟ ਦੇ ਵਿੱਚ ਜਿਹੜੀਆਂ ਲਿਮਿਟੇਸ਼ਨ ਸੀ ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਲਿਮਿਟਡ ਪਾਰਟਨਰਸ਼ਿਪ ਐਕਟ ਬਣਾਇਆ ਗਿਆ 2008 ਦੇ ਵਿੱਚ। ਲਿਮਿਟਡ ਪਾਰਟਨਰਸ਼ਿਪ ਐਕਟ ਇਜ਼ a partnership in which the sum of the all partners have ਲਿਮਿਟਡ ਲਾਇਬਿਲਿਟੀਜ਼। ਇਹਦੇ ਵਿੱਚ ਕੀ ਸੀਗਾ, ਇੱਕ ਸਭ ਤੋਂ ਵੱਡਾ ਫੀਚਰ ਸੀਗਾ ਵੀ ਲਿਮਿਟਡ ਲਾਇਬਿਲਿਟੀ ਰੱਖੀ ਗਈ, ਵੀ ਜਿੰਨਾ ਬੰਦਾ ਜਿੰਨੇ ਪੈਸੇ ਲਾਊਗਾ ਸਿਰਫ ਉਹ ਉਨੇ ਦਾ ਹੀ ਦੇਣਦਾਰ ਆ, ਉਦੋਂ ਵੱਧ ਦਾ ਉਹ ਨਹੀਂ ਹੈਗਾ। ਇਟ ਇਜ਼ ਦੇਅਰ ਫॉर ਕੈਨ ਬੀ ਆ ਐਗਜ਼ੀਬਿਟ ਈਵੈਂਟਸ ਆਫ ਟੂ ਦੀਆਂ ਪਾਰਟਨਰਸ਼ਿਪ ਐਂਡ ਦੇਅਰ ਕਾਰਪੋਰੇਸ਼ਨਸ। ਵੀ ਇਹਦੇ ਵਿੱਚ ਇਸ ਕਰਕੇ ਜਿਹੜਾ ਪਾਰਟਨਰਸ਼ਿਪ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਕੰਮ ਸੀਗੇ ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਕਰਨਾ ਅਤੇ ਉਹਨਾਂ ਨੂੰ ਆਪਰੇਟ ਕਰਨਾ ਹੈਲਪ ਮਿਲ ਗਈ ਲਿਮਿਟਡ ਪਾਰਟਨਰਸ਼ਿਪ ਐਕਟ ਦੇ ਨਾਲ। ਇਹਦੇ ਵਿੱਚ ਬਸ ਇੱਕ ਹੀ ਫੀਚਰ ਯਾਦ ਰੱਖਣਾ ਵੀ ਇਹਦੇ ਵਿੱਚ ਕੀ ਸੀਗਾ, ਇੱਕ ਲਿਮਿਟਡ ਲਾਇਬਿਲਿਟੀ ਸੀਗੀ। ਹਰੇਕ ਬੰਦੇ ਦੀ ਜਿਹੜੀ ਜ਼ਿੰਮੇਵਾਰੀਆਂ ਸੀਗੀਆਂ ਉਹ ਵੰਡੀਆਂ ਗਈਆਂ ਅਤੇ ਉਹਨਾਂ ਦੀਆਂ ਲਿਮਿਟ ਬਣਾ ਦਿੱਤੀਆਂ ਗਈਆਂ ਅਕੋਰਡਿੰਗ ਟੂ ਉਹਨਾਂ ਦੇ ਜਿੰਨੇ ਪੈਸੇ ਇਨਵੈਸਟ ਕਰਦੇ ਸੀਗੇ ਬਿਜ਼ਨਸ ਦੇ ਵਿੱਚ।
ਨੈਕਸਟ ਟੌਪਿਕ ਹੈਗਾ ਵੀ ਇਹਨਾਂ ਦੇ ਵਿੱਚ ਡਿਫਰੈਂਸ਼ੀਏਸ਼ਨ ਦੇਖਣੀ ਜਾਣਾ ਵਾ। ਡਿਫਰੈਂਸ ਦੇਖਿਆ ਜਾਏਗਾ ਪਾਰਟਨਰਸ਼ਿਪ ਐਕਟ 1932 ਤੇ ਪਾਰਟਨਰਸ਼ਿਪ ਐਕਟ ਲਿਮਿਟਡ ਲਾਇਬਿਲਿਟੀ ਐਕਟ 2008 ਦੇ ਵਿੱਚ। ਫਸਟ ਹੈਗਾ ਵਾ ਮੀਨਿੰਗ, ਇਹਨਾਂ ਦਾ ਮੀਨਿੰਗ ਦੇਖ ਲੈਂਦੇ ਹਾਂ। ਮੀਨਿੰਗ ਦੇ ਵਿੱਚ ਕੀ ਆ, ਪਾਰਟਨਰਸ਼ਿਪ ਜਿਹੜੀ ਐਕਟ ਆ ਉਹ ਦੋ ਜਾਂ ਦੋ ਤੋਂ ਵੱਧ ਪਰਸਨ ਐਗਰੀ ਹੁੰਦੇ ਆ ਅਤੇ ਉਹ ਆਪਣਾ ਪ੍ਰੋਫਿਟ ਐਂਡ ਲਾਸ ਮਿਊਚੁਅਲੀ ਕਰਦੇ ਆ। ਮਿਊਚੁਅਲੀ ਦਾ ਮਤਲਬ ਵੀ ਜਿੱਦਾਂ ਉਹਨਾਂ ਨੇ ਸੋਚਿਆ ਹੋਊਗਾ ਅਤੇ ਉਸ ਅਕੋਰਡਿੰਗ ਉਹ ਆਪਣੇ ਪ੍ਰੋਫਿਟ ਐਂਡ ਲਾਸ ਨੂੰ ਵੰਡਣਗੇ। ਲਿਮਿਟਡ ਲਾਇਬਿਲਿਟੀਜ਼ ਦੇ ਵਿੱਚ ਕੀ ਹੁੰਦਾ ਹੈ, ਫਾਰਮ ਆਫ ਆਰਗੇਨਾਈਜੇਸ਼ਨ, ਜਿਹਦੇ ਵਿੱਚ ਕੰਬੀਨੇਸ਼ਨ ਫੀਚਰਸ ਕੀ ਹੁੰਦਾ ਪਾਰਟਨਰਸ਼ਿਪ ਦਾ ਅਤੇ ਇੱਕ ਬਾਡੀ ਆਫ ਕੋਆਪਰੇਸ਼ਨ ਬਣਾਉਂਦੀਆਂ ਨੇ ਵੀ ਇਹ ਕਾਰਪੋਰੇਸ਼ਨ ਬਣਾ ਲੈਂਦੀਆਂ ਨੇ। ਇਹ ਦੋ ਹੀ ਜਣੇ ਇੱਕ ਦੂਜੇ ਨਾਲ ਜੁੜ ਕੇ ਇੱਕ ਬਿਜ਼ਨਸ ਦੇ ਤਰੀਕੇ ਨਾਲ ਉਹ ਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਇੱਕ ਦੂਸਰੇ ਨਾਲ ਉਹ ਡਿਸਕਸ ਕਰਕੇ ਹੀ ਸਾਰੇ ਕੰਮ ਕਰਦੇ ਨੇ। ਗਵਰਨਮੈਂਟ ਬਾਏ, ਜਾਣੀ ਕਿ ਇਹ ਕਿਹੜੇ ਐਕਟ ਦੇ ਅੰਡਰ ਆਉਂਦੀ ਹੈ, ਇਹ ਪਾਰਟਨਰਸ਼ਿਪ ਐਕਟ 1932 ਦੇ ਐਕਟ ਦੇ ਅੰਡਰ ਆਉਂਦੀ ਆ ਅਤੇ ਇਹ ਲਿਮਿਟਡ ਲਾਇਬਿਲਿਟੀ ਐਕਟ ਪਾਰਟਨਰਸ਼ਿਪ ਐਕਟ 2008 ਦੇ ਅੰਡਰ ਆਉਂਦੀ ਆ। ਰਜਿਸਟ੍ਰੇਸ਼ਨ ਵੀ ਜਿਹੜੀ ਇਹਦੀ ਰਜਿਸਟ੍ਰੇਸ਼ਨ ਦੇ ਆਪਸ਼ਨਲ ਹੁੰਦੀ ਹੈ, ਜਾਣੀ ਕਿ ਤੁਸੀਂ ਕੀ ਆ ਵਰਬਲੀ ਵੀ ਕਰਵਾ ਸਕਦੇ ਹੋ, ਠੀਕ ਆ। ਜਿਵੇਂ ਤੁਸੀਂ ਅੱਜ ਕਹਿ ਦੋ ਵੀ ਭਾਈ ਮੈਂ ਤੁਹਾਡੇ ਨਾਲ ਅੱਜ ਤੋਂ ਬਿਜ਼ਨਸ ਆ, ਮੈਂ ਤੁਹਾਡੇ ਬਿਜ਼ਨਸ ਦੇ ਵਿੱਚ ਪਾਰਟਨਰ ਬਣ ਜਾਂਦਾ ਅਤੇ ਦੋ ਹੀ ਜਣੇ ਮਿਲ ਕੇ ਕੰਮ ਕਰਿਆ ਕਰਾਂਗੇ, ਤਾਂ ਇੱਦਾਂ ਵੀ ਜਿਹੜੀ ਪਾਰਟਨਰਸ਼ਿਪ ਐਕਟ 1932 ਆ ਉਹਨੂੰ ਸਟਾਰਟ ਕੀਤਾ ਜਾ ਸਕਦਾ। ਬਟ ਜਿਹੜੀ ਲਿਮਿਟਡ ਲਾਇਬਿਲਿਟੀ ਆ ਉਹਦੇ ਵਿੱਚ ਮੈਂਡੇਟਰੀ ਆ ਵੀ ਤੁਹਾਨੂੰ ਕੀ ਆ ਰਜਿਸਟ੍ਰੇਸ਼ਨ ਕਰਾਉਣੀ ਪਊਗੀ, ਜਾਣੀ ਕਿ ਇੱਕ ਨੰਬਰ ਲੈਣਾ ਪੈਣਾ ਰਜਿਸਟ੍ਰੇਸ਼ਨ ਦਾ ਅਤੇ ਤਾਂ ਹੀ ਤੁਸੀਂ ਉਹ ਬਿਜ਼ਨਸ ਰਨ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰ ਸਕਦੇ। ਪਰ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ, ਤੁਹਾਡੇ ਚੋਇਸ ਆ ਵੀ ਜੇਕਰ ਪਾਰਟਨਰ ਐਗਰੀ ਨੇ ਤਾਂ ਇੱਦਾਂ ਹੀ ਬਿਜ਼ਨਸ ਤੁਸੀਂ ਸ਼ੁਰੂ ਕਰ ਸਕਦੇ ਹੋ। ਨੈਕਸਟ ਹੈਗਾ ਵਾ ਡਿਫਰੈਂਸ, ਅੱਗੇ ਚੱਲ ਰਹੇ ਹਾਂ ਉਹਦੇ ਵਿੱਚ ਹੈਗਾ ਲੀਗਲ ਸਟੇਟਸ ਵੀ ਉਹਦਾ ਲੀਗਲ ਸਟੇਟਸ ਕੀ ਹੋਊਗਾ, ਕਾਨੂੰਨੀ ਤੌਰ 'ਤੇ ਕੀ ਪਛਾਣ ਬਣਦੀ ਆ। ਦੀਆਂ ਪਾਰਟਨਰਸ ਆਰ ਟੂ ਦੀਆਂ ਕਲੈਕਟਿਵ ਨੋਨ ਐਜ਼ ਟੂ ਦੀਆਂ ਫਰਮਸ ਸੋ ਦੈਟ ਦੇਰ ਇਜ਼ ਨੋ ਸੈਪਰੇਟ ਲੀਗਲ ਆਈਡੈਂਟੀਟੀ। ਇਹਦੇ ਵਿੱਚ ਜਿਹੜੇ ਪਾਰਟਨਰ ਹੁੰਦੇ ਆ ਉਹ ਇੱਕ ਤਰੀਕੇ ਦੀ ਫਰਮ ਦੇ ਨਾਲ ਡੀਲ ਕਰਦੇ ਆ। ਹੁਣ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਫਰਮ ਅਤੇ ਕੰਪਨੀ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਵਾ। ਫਰਮ ਜਿਹੜੀ ਹੁੰਦੀ ਉਹ ਛੋਟੇ ਲੈਵਲ ਦੇ ਉੱਤੇ ਹੁੰਦੀ ਆ ਅਤੇ ਇੱਕ ਜਿਹੜੀ ਕੰਪਨੀ ਹੁੰਦੀ ਉਹ ਵੱਡੇ ਲੈਵਲ ਦੇ ਉੱਤੇ ਹੁੰਦੀ ਆ ਅਤੇ ਇਹ ਦੋਹਾਂ ਦੇ ਵਿੱਚ ਇੱਕ ਕਾਮਨ ਫੀਚਰ ਕੀ ਆ, ਜਾਣੀ ਕਿ ਇੱਕ ਕਾਮਨ ਵਿਸ਼ੇਸ਼ਤਾ ਕੀ ਆ ਜਾਂ ਸਿਮਿਲੈਰਿਟੀ ਕੀ ਆ ਵੀ ਇਹਨਾਂ ਦੋਹਾਂ ਦੀ ਜਿਹੜੀ ਇਹਦੇ ਵਿੱਚ ਜਿਹੜਾ ਉਹ ਆ ਕੰਪਨੀ ਦੇ ਵਿੱਚ ਸੈਪਰੇਟ ਲੀਗਲ ਆਈਡੈਂਟੀਟੀਆਂ ਹੁੰਦੀਆਂ ਨੇ ਅਤੇ ਇਹਦੇ ਵਿੱਚ ਕੋਈ ਸੈਪਰੇਟ ਲੀਗਲ ਆਈਡੈਂਟੀਟੀ ਨਹੀਂ। ਫਰਮ ਅਤੇ ਪਾਰਟਨਰ ਜਿਹੜੇ ਨੇ ਉਹ ਦੋ ਹੀ ਸੇਮ ਮੰਨੇ ਜਾਂਦੇ ਆ। ਜੇਕਰ ਫਰਮ ਦੇ ਵਿੱਚ ਜੇਕਰ ਕਿਸੇ ਪਾਰਟਨਰ ਨੇ ਕੋਈ ਵੀ ਫਰੋਡ ਕੀਤਾ ਤਾਂ ਉਹਦੇ ਸਾਰੀ ਲਾਇਬਿਲਿਟੀ ਕੀ ਬਣ ਜਾਏਗੀ, ਉਹ ਪੂਰੀ ਫਰਮ ਦੀ ਬਣ ਜਾਏਗੀ। ਪਰ ਇਹਦੇ ਵਿੱਚ ਉਹਨਾਂ ਦਾ ਸੈਪਰੇਟ ਲੀਗਲ ਸਟੇਟਸ ਹੁੰਦਾ ਵੀ, ਜਾਣੀ ਕਿ ਫਰਮ ਅਲੱਗ ਹੋਏਗੀ ਅਤੇ ਪਾਰਟਨਰ ਅਲੱਗ ਮੰਨੇ ਜਾਂਦੇ ਆ। ਨੈਕਸਟ ਹੈਗਾ ਰਿਲੇਸ਼ਨਸ਼ਿਪ, ਦੀਆਂ ਪਾਰਟਨਰਸ ਆਰ ਏਜੰਟਸ ਆਫ ਦੀਆਂ ਫਰਮਸ ਐਂਡ ਅਦਰ ਪਾਰਟਨਰਸ ਆਰ ਐਜ਼ ਵੈਲ। ਵੀ ਜਿਹੜੇ ਇਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਪਾਰਟਨਰਸ ਨੇ ਉਹ ਕੀ ਹੋਣਗੇ, ਏਜੰਟ ਹੋਣਗੇ ਫਰਮ ਦੇ, ਵੀ ਫਰਮ ਦੇ ਬਿਹਾਫ ਦੇ ਉੱਤੇ ਉਹ ਕੰਮ ਕਰਨਗੇ ਤਾਂ ਕਰਕੇ ਉਹਨਾਂ ਨੂੰ ਏਜੰਟ ਮੰਨਿਆ ਗਿਆ। ਪਰ ਇਹਦੇ ਵਿੱਚ ਜਿਹੜੇ ਪਾਰਟਨਰ ਨੇ ਉਹ ਏਜੰਟ ਹੋਣਗੇ ਸਿਰਫ ਲਿਮਿਟਡ ਲਾਇਬਿਲਿਟੀ ਵੀ, ਜਿੰਨਾ ਉਹਨਾਂ ਨੇ ਪੈਸਾ ਲਾਇਆ ਅਤੇ ਉਹਨੇ ਦੀ ਹੀ ਦੇਣਦਾਰੀ ਦੇ ਉਹ ਉਹਨਾਂ ਦੇ ਲਈ ਹੀ ਐਗਰੀਮੈਂਟ ਕੀਤਾ ਜਾਏਗਾ ਅਤੇ ਉਹਨਾਂ ਕੇ ਹੀ ਉਹਨਾਂ ਨੇ ਵਰਕ ਪਰਫੋਰਮ ਕਰਨਾ ਹੋਏਗਾ। ਆਡਿਟ ਆਫ ਅਕਾਊਂਟਸ ਵੀ, ਹੁਣ ਜਿਹੜੇ ਅਕਾਊਂਟਾਂ ਦੀ ਕੀ ਆ ਚੈਕਿੰਗ ਹੁੰਦੀ ਆ ਉਹਦੇ ਵਿੱਚ, ਇਹਦੇ ਵਿੱਚ ਨਾਟ ਮੈਂਡੇਟਰੀ ਵੀ ਜਿਹੜਾ ਅਨਲਿਮਿਟਡ ਲਾਇਬਿਲਿਟੀ ਵਾਲਾ ਐਕਟ ਆ, ਜਾਣੀ ਕਿ 1932 ਆ, ਉਹਦੇ ਵਿੱਚ ਕੋਈ ਮੈਂਡੇਟਰੀ ਨਹੀਂ ਹੈਗਾ ਵੀ ਤੁਹਾਨੂੰ ਕੀ ਆ ਅਕਾਊਂਟ ਨੂੰ ਕੀ ਆ ਜਾ ਕੇ ਤੁਹਾਨੂੰ ਉਹਦੀ ਚੈਕਿੰਗ ਕਰਾਉਣੀ ਹੀ ਪਵੇਗੀ। ਬਟ ਇਹਦੇ ਵਿੱਚ ਤੁਹਾਨੂੰ ਚੈਕਿੰਗ ਕਰਾਉਣੀ ਹੀ ਪਵੇਗੀ ਜੇਕਰ ਤੁਹਾਡੀ ਟਰਨਓਵਰ ਕਿੰਨੀ ਆ 40 ਲੱਖ ਤੋਂ 25 ਲੱਖ ਦੇ ਵਿੱਚ ਆ, ਜਾਣੀ ਕਿ 25 ਤੋਂ ਵੱਧ ਹੋਵੇ ਅਤੇ 40 ਲੱਖ ਤੋਂ ਘੱਟ ਹੋਵੇ ਤਾਂ ਇਸ ਤਰੀਕੇ ਨਾਲ ਤੁਹਾਨੂੰ ਕੀ ਆ ਉਹ ਮੈਂਡੇਟਰੀ ਆ, ਤੁਹਾਨੂੰ ਇਹ ਕਰਾਉਣਾ ਹੀ ਕਰਾਉਣਾ ਪਵੇਗਾ ਕਿਉਂਕਿ ਇਹ ਪਾਰਟਨਰਸ਼ਿਪ ਐਕਟ ਜਿਹੜਾ ਵਾ ਉਹ ਲਿਮਿਟਡ ਲਾਇਬਿਲਿਟੀ ਵਾਲਾ ਵਾ, ਜਾਣੀ ਕਿ LLP। ਇਸ ਕਰਕੇ ਇਹਨੂੰ ਕੀ ਆ ਮੈਂਡੇਟਰੀ ਆ ਵੀ ਤੁਹਾਨੂੰ ਇਹਦੇ ਕੀ ਆ ਚੈਕਿੰਗ ਕਰਵਾਉਣੀ ਹੀ ਪਵੇਗੀ। ਨੈਕਸਟ ਹੈ ਸਾਡੇ ਫੀਚਰਸ, ਬੈਨੀਫਿਟ ਕੀ ਨੇ ਵੀ ਜੇਕਰ ਅਸੀਂ ਪਾਰਟਨਰਸ਼ਿਪ ਕਰਦੇ ਹਾਂ। ਫਸਟ ਹੈਗਾ ਵਾ ਜੁਆਇੰਟ ਡਿਸੀਜ਼ਨ, ਵੀ ਇਹ ਸਾਰੇ ਜਣੇ ਇਕੱਠੇ ਬੈਠ ਕੇ ਡਿਸੀਜ਼ਨ ਲੈ ਸਕਦੇ ਨੇ, ਕੋਈ ਵੱਡੀ ਪ੍ਰੋਬਲਮ ਨਹੀਂ ਆਏਗੀ ਅਤੇ ਹਰ ਇੱਕ ਪਰਸਨ ਆਪਣੇ ਅਕੋਰਡਿੰਗ ਹੀ ਆਪਣੇ ਡਿਸੀਜ਼ਨ ਲੈ ਸਕਦਾ ਵਾ। ਨੈਕਸਟ ਹੈਗਾ ਵਾ ਇਕੁਅਲ ਰਿਸਕ ਬੀਅਰਿੰਗ, ਵੀ ਸਾਰਿਆਂ ਦਾ ਜਿਹੜੇ ਬੰਦੇ ਇਹਦੇ ਵਿੱਚ ਪਾਰਟਨਰਸ਼ਿਪ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਜਿਹੜਾ ਰਿਸਕ ਹੋਏਗਾ ਉਹ ਵੰਡਿਆ ਜਾਏਗਾ। ਤਾਂ ਇਹਦੇ ਵਿੱਚ ਕੀ ਆ ਚਾਹੇ ਜਿੰਨਾ ਮਰਜ਼ੀ ਉਹ ਪੈਸੇ ਲਾਉਣ ਤਾਂ ਹਰੇਕ ਦੇ ਵਿੱਚ ਜਿਹੜਾ ਰਿਸਕ ਹੋਏਗਾ ਉਹ ਇਕੁਅਲੀ ਹੀ ਬੀਅਰ ਕਰਨਾ ਪਵੇਗਾ, ਜਾਣੀ ਕਿ ਜੇਕਰ ਕੱਲ੍ਹ ਨੂੰ ਘਾਟਾ ਪੈਂਦਾ ਵਾ ਤਾਂ ਫਰਮ ਦੇ ਵਿੱਚ ਜਿੰਨੇ ਪਾਰਟਨਰਸ ਹੋਣਗੇ ਉਹ ਸਾਰੇ ਹੀ ਉਸ ਘਾਟੇ ਨੂੰ ਪੂਰਾ ਕਰਨ ਦੇ ਰਿਲਾਇਬਿਲਿਟੀ ਹੋਵੇਗੀ। ਨੈਕਸਟ ਹੈਗਾ ਕੰਟੀਨਿਊਟੀ ਇਜ਼ ਅ ਇੰਸ਼ੋਰਡ, ਵੀ ਹੁਣ ਇਹ ਜਿਹੜਾ ਪਾਰਟਨਰਸ਼ਿਪ ਇੱਕ ਵਾਰ ਜੁੜ ਜਾਂਦੀ ਹੈ ਤਾਂ ਇਹਦਾ ਮਤਲਬ ਕੀ ਹੈ ਵੀ ਅਸੀਂ ਬਿਜ਼ਨਸ ਰੈਗੂਲਰਲੀ ਰਨ ਕਰਨ ਬਾਰੇ ਸੋਚ ਰਹੇ ਹਾਂ ਅਤੇ ਅਸੀਂ ਸੋਚ ਰਹੇ ਹਾਂ ਵੀ ਆਪਣੇ ਜਿਹੜਾ ਬਿਜ਼ਨਸ ਆ ਉਹਨੂੰ ਅੱਗੇ ਤੱਕ ਲੈ ਕੇ ਜਾ ਸਕੀਏ। ਨੈਕਸਟ ਹੈਗਾ ਵਾ ਮਿਊਚੁਅਲ ਏਜੰਸੀ, ਇਹ ਕੀ ਆ ਇਹ ਦੋਹਾਂ ਦੇ ਟਰਸਟ ਦੇ ਉੱਤੇ ਬਣੀ ਹੁੰਦੀ ਆ ਵੀ ਜੇਕਰ ਇੱਕ ਦੂਜੇ ਉੱਤੇ ਸਾਨੂੰ ਟਰਸਟ ਹੁੰਦਾ ਤਾਂ ਅਸੀਂ ਪਾਰਟਨਰਸ਼ਿਪ ਦੇ ਵਿੱਚ ਐਕਟ ਦੇ ਅੰਡਰ ਆ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਕੀ ਆ ਉਹਦੇ ਵਿੱਚ ਰਜਿਸਟਰ ਕਰਾ ਕੇ ਸਾਥ ਦੀ ਸਾਥ ਬਿਜ਼ਨਸ ਸ਼ੁਰੂ ਕਰ ਦਿੰਦੇ ਹਾਂ। ਤਾਂ ਕਰਕੇ ਮਿਊਚੁਅਲ ਏਜੰਸੀ ਬਣ ਜਾਂਦੀ ਹੈ, ਇੱਕ ਦੂਜੇ ਦੋਹਾਂ ਦੀ ਸਹਿਮਤੀ ਦੇ ਨਾਲ ਇੱਕ ਏਜੰਟ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮਿਨੀਮਮ ਮੈਂਬਰਸ ਟੂ ਰਿਕੁਆਇਰਡ, ਵੀ ਇਹਦੇ ਵਿੱਚ ਘੱਟ ਤੋਂ ਘੱਟ 2 ਬੰਦੇ ਰਿਕੁਆਇਰ ਚਾਹੀਦੇ ਆ ਪਾਰਟਨਰਸ਼ਿਪ ਚਲਾਉਣ ਦੇ ਲਈ, 2 ਤੋਂ ਘੱਟ ਨਹੀਂ ਚੱਲਦੇ ਹੈਗੇ, ਵੱਧ ਤੋਂ ਵੱਧ ਜਿੰਨੇ ਮਰਜ਼ੀ ਹੋ ਸਕਦੇ ਆ। ਇਹਨਾਂ ਦੀ ਲਿਮਿਟ ਜਿਹੜੀ ਆ ਗਵਰਨਮੈਂਟ ਨੇ ਫਿਕਸ ਕੀਤੀ ਆ ਕੁਝ ਕੁ ਸੈਕਟਰਾਂ ਦੇ ਵਿੱਚ, ਜਿਵੇਂ ਕਿ ਇਹਨਾਂ ਨੇ ਫਿਕਸ ਕੀਤੀ ਆ
ਦੀ ਮੈਕਸਿਮਮ ਲਿਮਿਟ ਇਨ ਦੀ ਬੈਂਕਿੰਗ, ਜਿਹੜਾ ਬੈਂਕਿੰਗ ਸੈਕਟਰ ਆ ਉਹਦੇ ਵਿੱਚ ਪਾਰਟਨਰਸ਼ਿਪ ਦੇ ਵਿੱਚ ਸਿਰਫ 10 ਜਣੇ ਮੈਕਸਿਮਮ ਆ ਸਕਦੇ ਆ। ਅਤੇ ਜਿਹੜੇ ਅਦਰ ਦੈਨ ਜਿਹੜੇ ਬੈਂਕਸ ਨੇ ਉਹਦੇ ਵਿੱਚ ਜਿਹੜੇ ਅਦਰ ਦੈਨ ਬਿਜ਼ਨਸ ਨੇ ਤਾਂ ਉਹਦੇ ਵਿੱਚ 10 ਤੋਂ ਵੱਧ ਵੀ ਹੋ ਸਕਦੇ ਆ। ਉਹ ਡਿਪੈਂਡ ਕਰਦਾ ਵਾ ਕਿੱਦਾਂ ਦੀ ਔਰਗਨਾਈਜੇਸ਼ਨ ਹੋਈ, ਪਰ ਬੈਂਕਿੰਗ ਸੈਕਟਰ ਦੇ ਵਿੱਚ ਸਿਰਫ 10 ਹੀ ਇਨਕਲੂਡ ਕੀਤੇ ਜਾ ਸਕਦੇ ਮੈਕਸਿਮਮ ਪਾਰਟਨਰਸ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਨੈਕਸਟ ਅਸੀਂ ਚੱਲਦੇ ਹਾਂ ਇਹਦੇ ਮੈਰਿਟਸ ਵੱਲ, ਵੀ ਇਹਦੇ ਸਾਨੂੰ ਫਾਇਦੇ ਕੀ ਨੇ ਪਾਰਟਨਰਸ਼ਿਪ ਦੇ। ਈਜ਼ੀ ਟੂ ਫਾਰਮੇਸ਼ਨ ਐਂਡ ਕਲੋਜ਼ਰ, ਵੀ ਇਹਨੂੰ ਜਿਹੜਾ ਇੱਕ ਪਾਰਟਨਰਸ਼ਿਪ ਫਰਮ ਨੂੰ ਖੋਲ੍ਹਣਾ ਅਤੇ ਉਹਨੂੰ ਚਲਾਉਣਾ ਉਹ ਸਾਡੇ ਹੱਥ ਦੇ ਵਿੱਚ ਹੁੰਦਾ ਵਾ। ਅਤੇ ਅਸੀਂ ਇਹਨੂੰ ਜਦੋਂ ਸਾਡਾ ਮਨ ਕਰੇ, ਜਦੋਂ ਦੋ ਹੀ ਪਾਰਟਨਰਸ ਐਗਰੀ ਹੋ ਜਾਣ ਤਾਂ ਉਹ ਆਪਣੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਉਹਨੂੰ ਬੰਦ ਵੀ ਕਰ ਸਕਦੇ ਆ। ਉਹ ਡਿਪੈਂਡ ਕਰਦਾ ਉਹਨਾਂ ਦੋਹਾਂ ਪਾਰਟਨਰਾਂ ਦੇ ਉੱਪਰ। ਨੈਕਸਟ ਹੈਗਾ ਈਜ਼ੀ ਟੂ ਫਾਈਨੈਂਸ਼ੀਅਲ ਰਿਸੋਰਸ। ਇਹਦੇ ਵਿੱਚ ਕੀ ਆ, ਹੁਣ ਲਾਰਜ ਅਸੀਂ ਫਾਈਨੈਂਸ਼ੀਅਲ ਰਿਸੋਰਸ ਵੀ ਇਹਦੇ ਵਿੱਚ ਰਾਈਜ਼ ਕਰ ਸਕਦੇ ਹਾਂ, ਕਿਉਂਕਿ ਜਿਹੜੇ ਦੋ ਪਾਰਟਨਰਸ ਆਉਣਗੇ ਤਾਂ ਉਹ ਪੈਸੇ ਜ਼ਰੂਰ ਨਾਲ ਲੈ ਕੇ ਆਉਣਗੇ ਅਤੇ ਦੋਹਾਂ ਦੀ ਰੈਪੂਟੇਸ਼ਨ ਵੀ ਨਾਲ ਆਏਗੀ। ਜੇਕਰ ਉਹ ਬੈਂਕ ਤੋਂ ਲੋਨ ਲੈਣ ਜਾਂਦੇ ਆ ਤਾਂ ਉਹ ਪਾਰਟਨਰ ਦੀ ਬਿਹਾਫ ਦੇ ਉੱਤੇ ਵੀ ਉਹਨਾਂ ਨੂੰ ਲੋਨ ਈਜ਼ੀਲੀ ਅਤੇ ਲਾਰਜ ਜਿਹੜੀ ਫਾਈਨੈਂਸ਼ੀਅਲ ਰਿਸੋਰਸ ਨੇ ਉਹ ਪ੍ਰੋਵਾਈਡ ਹੋ ਜਾਂਦੇ ਆ। ਬੈਟਰ ਮੈਨੇਜਮੈਂਟ, ਹੁਣ ਇਹਦੇ ਵਿੱਚ ਜਿੰਨੇ ਪਾਰਟਨਰਸ ਹੋਣਗੇ ਉਹ ਸਾਰੇ ਆਪਣੇ ਪ੍ਰੋਫਿਟ ਦੇ ਲਈ ਵਰਕ ਕਰਦੇ ਆ, ਤਾਂ ਇਸ ਕਰਕੇ ਉਹ ਕੀ ਆ ਮੈਨੇਜਮੈਂਟ ਦੇ ਵਿੱਚ ਇਹ ਸੋਚ ਕੇ ਕੰਮ ਕਰਦੇ ਆ ਵੀ ਅਸੀਂ ਕੀ ਆ ਆਪਣੇ ਲਈ ਹੀ ਕੰਮ ਕਰ ਰਹੇ ਹਾਂ, ਤਾਂ ਇਸ ਨਾਲ ਬੈਟਰ ਮੈਨੇਜਮੈਂਟ ਦਾ ਵੀ ਸਕਿੱਲ ਪ੍ਰੋਵਾਈਡ ਹੋ ਜਾਂਦੀ ਹੈ। ਬੈਟਰ ਡਿਸੀਜ਼ਨ ਮੇਕਿੰਗ, ਹੁਣ ਜਿੰਨੇ ਪਾਰਟਨਰ ਜ਼ਿਆਦਾ ਹੋਣਗੇ ਤਾਂ ਇਹਦੇ ਵਿੱਚ ਡਿਸੀਜ਼ਨ ਲੈਣਾ ਸੌਖਾ ਅਤੇ ਵਧੀਆ ਰਿਜ਼ਲਟ ਦੇ ਡਿਸੀਜ਼ਨ ਲੈਣੇ ਈਜ਼ੀ ਹੋ ਜਾਂਦੇ ਆ। ਤਾਂ ਇਸ ਤਰੀਕੇ ਨਾਲ ਵੀ ਜੇਕਰ ਪਾਰਟਨਰ ਜ਼ਿਆਦਾ ਹੋਣਗੇ ਤਾਂ ਸਾਰਿਆਂ ਦੀ ਡਿਸਕਸ਼ਨ ਹੋਏਗੀ ਅਤੇ ਇੱਕ ਸਹੀ ਅਤੇ ਕਰੈਕਟ ਆਨਸਰ ਜਾਂ ਕਰੈਕਟ ਡਿਸੀਜ਼ਨ ਨਿਕਲ ਕੇ ਆਉਣਾ ਸੌਖਾ ਹੋ ਜਾਂਦਾ ਵਾ। ਨੈਕਸਟ ਹੈਗਾ ਵਾ ਸ਼ੇਅਰਿੰਗ ਆਫ ਰਿਸਕ। ਇਹਦੇ ਨਾਲ ਜਿਹੜਾ ਰਿਸਕ ਆ ਉਹ ਕੀ ਆ, ਜਿੰਨੇ ਪਾਰਟਨਰ ਜ਼ਿਆਦਾ ਹੋਣਗੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੰਡਿਆ ਜਾਏਗਾ ਅਤੇ ਹੁਣ ਉਹ ਇਕੱਲਾ ਬੰਦਾ ਉਹਨੂੰ ਰਿਸਕ ਬੀਅਰ ਕਰਨ ਦੀ ਲੋੜ ਨਹੀਂ ਹੈਗੀ। ਨੈਕਸਟ ਹੈਗਾ ਵਾ ਸੀਕ੍ਰੇਸੀ। ਹੁਣ ਇਹਦੇ ਵਿੱਚ ਕੀ ਆ, ਗੋਪਨੀਯਤਾ ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਵੀ ਡਿਸੀਜ਼ਨ ਲਏ ਜਾਂਦੇ ਆ ਉਹਨਾਂ ਨੂੰ ਕਿਸੇ ਹੋਰ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਅਤੇ ਹਰੇਕ ਜਿਹੜੇ ਮੇਨ ਪਾਰਟਨਰਸ ਹੁੰਦੇ ਆ ਇੱਕ ਦੂਸਰੇ ਨਾਲ ਜੁੜ ਕੇ ਇੱਕ ਸੀਕ੍ਰੇਸੀ ਬਣਾ ਲੈਂਦੇ ਆ ਅਤੇ ਉਸ ਅਕੋਰਡਿੰਗ ਉਹ ਸਾਰੇ ਡਿਸੀਜ਼ਨ ਲੈ ਕੇ ਉਹਨਾਂ ਨੂੰ ਫੋਲੋ ਕਰਦੇ ਰਹਿੰਦੇ ਆ। ਫਿਰ ਨੈਕਸਟ ਹੈਗਾ ਵਾ ਫਲੈਕਸੀਬਿਲਿਟੀ। ਜਿਹੜੀ ਪਾਰਟਨਰਸ਼ਿਪ ਹੁੰਦੀ ਆ ਉਹ ਫਲੈਕਸੀਬਿਲਿਟੀ ਹੈਗੀ ਆ ਵੀ ਜਦੋਂ ਦੋ ਪਾਰਟਨਰ ਐਗਰੀ ਹੈਗੇ ਆ ਤਾਂ ਤੀਜੇ ਪਾਰਟਨਰ ਨੂੰ ਨਵੇਂ ਨੂੰ ਵੀ ਐਡ ਕਰ ਸਕਦੇ ਆ। ਜੇਕਰ 3 ਪਾਰਟਨਰ ਐਗਰੀ ਨੇ ਤਾਂ ਇੱਕ ਪਾਰਟਨਰ ਨੂੰ ਰਿਟਾਇਰ ਵੀ ਕਰ ਸਕਦੇ ਹੋ। ਡਿਪੈਂਡ ਕਰਦਾ ਵਾ ਵੀ ਪਾਰਟਨਰਸ਼ਿਪ ਦੇ ਵਿੱਚ ਕਿੱਦਾਂ ਦੀ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਆ। ਲਾਸਟ ਵਨ ਹੈਗਾ ਇੰਪੈਕਟ ਆਫ ਟੂ ਦੀਆਂ ਅਨਲਿਮਿਟਡ ਲਾਈਬਿਲਿਟੀ, ਵੀ ਜਿਹੜੀਆਂ ਅਨਲਿਮਿਟਡ ਲਾਈਬਿਲਿਟੀਜ਼ ਨੇ ਉਹ ਇੰਪੈਕਟ ਕਰਦੀਆਂ ਨੇ, ਬਟ ਫਿਰ ਵੀ ਇਹਦੇ ਨਾਲ ਕੀ ਆ ਬਿਜ਼ਨਸ ਦੇ ਵਿੱਚ ਇੰਨਾ ਪ੍ਰੋਫਿਟ ਰਾਈਜ਼ ਹੋਣਾ ਉਹ ਵੀ ਇਸ ਚੀਜ਼ ਨੂੰ ਲੈ ਕੇ ਚੱਲਦੇ ਨੇ। ਉਹਦੀ ਸੋਚ ਕੇ ਹੀ ਬੰਦਾ ਪਾਰਟਨਰਸ਼ਿਪ ਦੇ ਵਿੱਚ ਆਉਂਦਾ ਵੀ ਅਸੀਂ ਲਿਮਿਟਡ ਜਾਂ ਅਨਲਿਮਿਟਡ ਲਾਈਬਿਲਿਟੀਜ਼ ਦੇ ਵਿੱਚ ਆਉਣਾ। ਜੇਕਰ ਅਨਲਿਮਿਟਡ ਲਾਈਬਿਲਿਟੀਜ਼ ਦੇ ਵਿੱਚ ਆਉਂਦੇ ਆ ਤਾਂ ਜਿੰਨਾ ਜ਼ਿਆਦਾ ਉਹ ਰਿਸਕ ਲੈਂਦੇ ਆ ਤਾਂ ਉਨਾ ਹੀ ਜ਼ਿਆਦਾ ਉਹਨਾਂ ਨੂੰ ਪ੍ਰੋਫਿਟ ਰਾਈਜ਼ ਹੋਣ ਦੇ ਵੀ ਚਾਂਸਿਸ ਬਣ ਜਾਂਦੇ ਆ। ਆਈ ਹੋਪ ਤੁਹਾਨੂੰ ਇਹਦੀਆਂ ਮੈਰਿਟਸ ਕਲੀਅਰ ਹੋਣਗੀਆਂ। ਲਾਸਟ ਟੋਪਿਕ ਆਫ ਦਿਸ ਸੈਸ਼ਨ ਇਜ਼ ਲਿਮਿਟੇਸ਼ਨ ਆਫ ਦੀ ਪਾਰਟਨਰਸ਼ਿਪ। ਪਾਰਟਨਰਸ਼ਿਪ ਦੀਆਂ ਕੀ ਲਿਮਿਟੇਸ਼ਨ ਨੇ ਤਾਂ ਉਹਦੇ ਬਾਰੇ ਡਿਸਕਸ ਕਰਦੇ ਹਾਂ। ਪਹਿਲਾ ਹੈਗਾ ਵਾ ਲੈਕ ਆਫ ਪਬਲਿਕ ਕੌਨਫੀਡੈਂਟਲਿਟੀ, ਵੀ ਜਿਹੜੇ ਪਬਲਿਕ ਹੁੰਦੇ ਆ ਉਹਨਾਂ ਦਾ ਕੋਈ ਵੀ ਜ਼ਿਆਦਾ ਕੌਨਫੀਡੈਂਸ ਨਹੀਂ ਹੁੰਦਾ ਪਾਰਟਨਰਸ਼ਿਪ ਦੇ ਉੱਤੇ। ਉਹਨਾਂ ਨੂੰ ਇਹ ਡਰ ਹੁੰਦਾ ਵੀ ਜੇਕਰ ਇੱਕ ਪਾਰਟਨਰ ਵੀ ਗਲਤ ਨਿਕਲ ਗਿਆ ਤਾਂ ਉਹਨਾਂ ਦਾ ਸਾਰਾ ਪੈਸਾ ਕੀ ਆ ਡੁੱਬ ਸਕਦਾ ਵਾ। ਤਾਂ ਕਰਕੇ ਇਸ ਦੇ ਉੱਤੇ ਜਿਹੜਾ ਟਰਸਟ ਦੀ ਕੁਆਲਿਟੀ ਆ ਉਹ ਕੀ ਹੁੰਦੀ ਆ, ਘੱਟ ਹੁੰਦੀ ਆ, ਕਿਉਂਕਿ ਜਿਹੜੇ ਪਰਸਨ ਹੁੰਦੇ ਆ ਇਸ ਚੀਜ਼ ਉੱਤੇ ਬਿਲੀਵ ਨਹੀਂ ਕਰਦੇ ਵੀ ਹਾਂਜੀ ਉਹ ਸਾਡਾ ਬਿਜ਼ਨਸ ਪ੍ਰੋਪਰ ਰਨ ਕਰਨਗੇ ਕਿ ਨਹੀਂ ਰਨ ਕਰਨਗੇ ਅਤੇ ਸਾਡਾ ਪੈਸਾ ਜਿਹੜਾ ਉਹ ਸਿਕਿਉਰ ਹੈ ਕਿ ਨਹੀਂ ਹੈ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੁੰਦੀ। ਨੈਕਸਟ ਹੈਗਾ ਵਾ ਲਿਮਿਟਡ ਰਿਸੋਰਸਿਸ, ਵੀ ਜਿਹੜੇ ਇੱਦਾਂ ਦੀ ਪਾਰਟਨਰਸ਼ਿਪ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਰਿਸੋਰਸ ਹੁੰਦੇ ਆ ਉਹ ਲਿਮਿਟਡ ਹੁੰਦੇ ਆ। ਲਿਮਿਟਡ ਕਿਉਂ ਹੁੰਦੇ ਆ, ਕਿਉਂਕਿ ਜਿੰਨੇ ਪਾਰਟਨਰਸ ਰਾਈਜ਼ ਹੋਣਗੇ ਤਾਂ ਓਨਾ ਹੀ ਫਾਈਨੈਂਸ ਆਊਗਾ ਅਤੇ ਉਹਨਾਂ ਦੇ ਜਿੰਨਾ ਪੈਸਾ ਆਏਗਾ ਉਹ ਹੀ ਬਿਜ਼ਨਸ ਦੇ ਵਿੱਚ ਲੱਗੇਗਾ। ਤਾਂ ਇਸ ਕਰਕੇ ਲਿਮਿਟਡ ਵੀ ਹੁੰਦਾ ਵਾ ਰਿਸੋਰਸ। ਇਹ ਨਹੀਂ ਹੈਗਾ ਵੀ ਜਿੰਨਾ ਤੁਸੀਂ ਪੈਸਾ ਲੈ ਕੇ ਜਾਓਗੇ ਉਹ ਸਾਰਾ ਹੀ ਬਿਜ਼ਨਸ ਦੇ ਵਿੱਚ ਲੱਗ ਜਾਂਦਾ। ਉਹ ਡਿਪੈਂਡ ਕਰਦਾ ਵਾ ਵੀ ਪਾਰਟਨਰ ਕਿੰਨਾ ਪੈਸਾ ਲੈ ਕੇ ਆਉਂਦੇ ਆ। ਕਈ ਵਾਰ ਕੁਛ ਇਹੋ ਜਿਹੇ ਪਾਰਟਨਰ ਹੁੰਦੇ ਆ ਉਹ ਸਿਰਫ ਮੈਨੇਜਿੰਗ ਕਰਨ ਦੇ ਲਈ ਆਉਂਦੇ ਆ, ਉਹ ਕੋਈ ਕੈਪੀਟਲ ਨਹੀਂ ਲਾਉਂਦੇ। ਤਾਂ ਇਸ ਕਰਕੇ ਜਿਹੜੀਆਂ ਇਹਦੇ ਵਿੱਚ ਲਿਮਿਟਡ ਰਿਸੋਰਸ ਮੰਨਿਆ ਜਾ ਸਕਦਾ ਵਾ ਪੈਸਿਆਂ ਦਾ, ਜਾਂ ਤੁਸੀਂ ਕਹਿ ਸਕਦੇ ਹੋ ਹੋਰ ਵੀ ਜਿਹੜੇ ਰਿਸੋਰਸ ਹੁੰਦੇ ਆ ਉਹ ਲਿਮਿਟਡ ਬਣ ਜਾਂਦੇ ਆ। ਨੈਕਸਟ ਹੈਗਾ ਅਨਲਿਮਿਟਡ ਲਾਈਬਿਲਿਟੀ। ਹੁਣ ਜਿੰਨਾ ਬੰਦਾ ਚਾਹੇ ਉਹ 10 ਰੁਪਏ ਲੈ ਕੇ ਆਇਆ ਵਾ, ਚਾਹੇ ਉਹ 15,000 ਰੁਪਏ ਲੈ ਕੇ ਆਇਆ ਵਾ, ਜੇਕਰ ਬਿਜ਼ਨਸ ਦੇ ਵਿੱਚ ਕਦੇ ਵੀ ਸਾਨੂੰ ਲਾਸ ਹੁੰਦਾ ਵਾ ਅਤੇ ਜਿਹੜੀ ਕੰਪਨੀ ਦੇ ਵਿੱਚ ਜਿੰਨੇ ਵੀ ਐਸਟਾਂ ਵੇਚਣ ਤੋਂ ਬਾਅਦ ਵੀ ਜੇਕਰ ਉਹ ਲਾਸ ਕਵਰ ਨਹੀਂ ਹੁੰਦਾ ਤਾਂ ਹਰ ਇੱਕ ਪਰਸਨ ਦੀ ਜਿਹੜੇ ਪਰਸਨਲ ਐਸਟਸ ਹੁੰਦੀਆਂ ਨੇ ਉਹਨਾਂ ਨੂੰ ਵੀ ਸੋਲਡ ਆਊਟ ਕੀਤਾ ਜਾ ਸਕਦਾ। ਤਾਂ ਕਰਕੇ ਕੀ ਆ ਅਨਲਿਮਿਟਡ ਲਾਈਬਿਲਿਟੀ ਆ। ਸਭ ਤੋਂ ਵੱਡਾ ਡਿਸਐਡਵਾਂਟੇਜ ਆ ਪਾਰਟਨਰਸ਼ਿਪ ਦਾ ਵੀ ਅਨਲਿਮਿਟਡ ਲਾਈਬਿਲਿਟੀ ਆ। ਜੇਕਰ ਉਹਨਾਂ ਕੋਲ ਪੈਸੇ ਨਹੀਂ ਤਾਂ ਉਹਨਾਂ ਦੀ ਪਰਸਨਲ ਐਸਟ ਸੇਲ ਆਊਟ ਕਰਕੇ ਉਸ ਪਰਟੀਕੂਲਰ ਪਰਸਨ ਨੂੰ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਆ ਜਾਂ ਉਸ ਪਰਟੀਕੂਲਰ ਕੰਪਨੀ ਨੂੰ ਜਿੰਨੇ ਪੈਸੇ ਦੇਣੇ ਆ ਅਸੀਂ ਉਹਨਾਂ ਨੂੰ ਫੁਲਫਿਲ ਕੀਤਾ ਜਾਊਗਾ। ਨੈਕਸਟ ਹੈਗਾ ਵਾ ਪੋਸੀਬਿਲਿਟੀ ਆਫ ਦੀਆਂ ਕਨਫਲਿਕਟਸ। ਇਹਦੇ ਵਿੱਚ ਕੀ ਆ ਵੀ ਤੁਸੀਂ ਕਹਿ ਸਕਦੇ ਹੋ ਵੀ ਮਤਭੇਦ ਹੋ ਸਕਦੇ, ਇੱਕ ਦੂਸਰੇ ਦੇ ਵਿੱਚ ਅੰਡਰਸਟੈਂਡਿੰਗ ਪ੍ਰੋਪਰ ਨਹੀਂ ਹੋ ਸਕਦੀ, ਕਿਉਂਕਿ ਜਿਹੜਾ ਪਾਰਟਨਰਸ਼ਿਪ ਹੁੰਦਾ ਵਾ ਉਹਦੇ ਵਿੱਚ ਇੱਕ ਪਰਸਨ ਦੂਸਰੇ ਪਰਸਨ ਦੇ ਕੌਨਫੀਡੈਂਸ ਜਾਂ ਉਹਦੇ ਟਰਸਟ ਦੇ ਉੱਤੇ ਆਉਂਦਾ ਵਾ। ਜੇਕਰ ਉਹਨੂੰ ਕਦੇ ਵੀ ਫਰੋਡ ਲੱਗਦਾ ਵਾ ਤਾਂ ਉਹ ਬਿਜ਼ਨਸ ਦੇ ਵਿੱਚ ਜਾਂ ਫਰਮ ਨੂੰ ਕੀ ਆ ਡਿਜ਼ੋਲਵ ਕਰਨ ਦੀ ਜਾਂ ਉਹਨੂੰ ਖਤਮ ਕਰਨ ਦੀ ਸੋਚਦਾ ਵਾ। ਤਾਂ ਇਸ ਕਰਕੇ ਇਹ ਕੀ ਆ ਵੀ ਇੱਕ ਝਗੜਿਆਂ ਦਾ ਵੀ ਕਾਰਨ ਬਣ ਜਾਂਦੀ ਆ। ਦੂਜਾ ਕੀ ਆ ਇਹਦੇ ਉੱਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਵਾ। ਲੈਕ ਆਫ ਕੰਟੀਨਿਊਟੀ। ਹੁਣ ਜਿਹੜੇ ਇਸ ਤਰ੍ਹਾਂ ਦੇ ਬਿਜ਼ਨਸ ਹੁੰਦੇ ਆ
ਉਹ ਇੱਦਾਂ ਨਹੀਂ ਹੈਗਾ ਵੀ ਉਹ ਰੈਗੂਲਰਲੀ ਚੱਲਦੇ ਹੀ ਰਹਿੰਦੇ ਆ। ਕਦੀ ਕਦੀ ਇਹਨਾਂ ਵਿੱਚ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਆਪਣੇ ਬਿਜ਼ਨਸ ਨੂੰ ਲਗਾਤਾਰ ਕੰਟੀਨਿਊਸ ਨਹੀਂ ਰੱਖ ਪਾਉਂਦੇ ਹੈਗੇ। ਤਾਂ ਲੈਕ ਆਫ ਕੰਟੀਨਿਊਟੀ ਦੇ ਕਰਕੇ ਇਹਦੇ ਵਿੱਚ ਜਿਹੜਾ ਪ੍ਰੋਫਿਟ ਹੁੰਦਾ ਵਾ ਅਤੇ ਬਿਜ਼ਨਸ ਦੀ ਜਿਹੜੀ ਵਰਥ ਹੁੰਦੀ ਆ, ਯਾਨੀ ਕਿ ਉਹਦੀ ਕੀ ਆ ਜਿਹੜੀ ਧਨ ਰਾਸ਼ੀ ਆ ਉਹ ਵੀ ਪ੍ਰੋਪਰ ਨਹੀਂ ਬਿਲਡਅਪ ਕਰ ਪਾਉਂਦੀ ਹੈਗੀ ਅਤੇ ਉੱਦਾਂ ਗਰੋਥ ਨਹੀਂ ਕਰ ਪਾਉਂਦੀ, ਅਤੇ ਕੀ ਆ ਸਫਰ ਕਰਦੀ ਰਹਿੰਦੀ ਆ ਪੂਰੇ ਟਾਈਮ। ਤਾਂ ਇਸ ਕਰਕੇ ਜਿਹੜਾ ਬਿਜ਼ਨਸ ਆ ਉਹ ਪ੍ਰੋਪਰ ਰਨ ਨਹੀਂ ਹੋ ਪਾਉਂਦਾ ਅਤੇ ਇਹਨਾਂ ਨੂੰ ਲੋਸ ਜਿਹੜੇ ਹੁੰਦੇ ਆ ਉਹ ਰਾਈਜ਼ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਸੀਗੇ ਸਾਡੀਆਂ ਲਿਮਿਟੇਸ਼ਨਾਂ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕੀਤਾ ਪਾਰਟਨਰਸ਼ਿਪ ਦੀਆਂ ਟਾਈਪਸ, ਜਾਂ ਫਿਰ ਕਹਿ ਲਓ ਡਿਫਰੈਂਸ ਬਿਟਵੀਨ ਟੂ ਦੀ ਆ ਪਾਰਟਨਰਸ਼ਿਪ ਐਕਟ 1932 ਐਂਡ ਲਿਮਿਟਡ ਲਾਇਬਿਲਿਟੀਜ਼ ਐਕਟ 2008। ਫਿਰ ਅਸੀਂ ਉਹਦੇ ਫੀਚਰਸ ਕੀਤੇ, ਫਿਰ ਅਸੀਂ ਉਹਦੇ ਐਡਵਾਂਟੇਜਸ ਅਤੇ ਲਾਸਟ ਦੇ ਵਿੱਚ ਲਿਮਿਟੇਸ਼ਨ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਪਸੰਦ ਆਇਆ ਹੋਵੇਗਾ। ਸੈਸ਼ਨ ਦੇ ਲਾਸਟ ਦੇ ਵਿੱਚ ਮੈਂ ਫਿਰ ਬੱਚਿਆਂ ਨੂੰ ਬੇਨਤੀ ਕਰਾਂਗਾ, ਜਿਹੜੇ ਬੱਚੇ ਫਸਟ ਟਾਈਮ ਮੇਰੇ YouTube ਚੈਨਲ ਦੇ ਉੱਤੇ ਆਏ ਹਨ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ, ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਅਤੇ ਇਸ ਸੈਸ਼ਨ ਨੂੰ ਵੀ ਲਾਈਕ ਕਰਨ ਜੇਕਰ ਉਹਨਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੈ, ਅਤੇ ਹੋਰਾਂ ਨਾਲ ਵੀ ਸ਼ੇਅਰ ਕਰਨ ਤਾਂ ਜੋ ਹਰ ਇੱਕ ਪਰਸਨ ਕੀ ਹੈ ਨੌਲੇਜ ਗੇਨ ਕਰ ਸਕੇ। At last, thanks a lot watching for my session, and I will try to improve myself as well as to be providing valuable knowledge with the help of my videos. Thanks a lot watching for my session.